ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਅਧੀਨ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਸੰਖੇਪ ਰਚਨਾ ਬਾਰੇ ਗੱਲ ਕਰਾਂਗੇ। ਇਸ ਪੂਰੇ ਲੈਕਚਰ ਦੇ ਵਿੱਚ ਆਪਾਂ ਸੰਖੇਪ ਰਚਨਾ ਕੀ ਹੈ, ਸੰਖੇਪ ਰਚਨਾ ਕਰਨ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਾਂ ਫਿਰ ਸੰਖੇਪ ਰਚਨਾ ਕਿਵੇਂ ਕਰ ਸਕਦੇ ਹਾਂ ਅਤੇ ਸੰਖੇਪ ਰਚਨਾ ਕਰਨ ਦੇ ਵਿੱਚ ਮਾਹਿਰ ਕਿਵੇਂ ਹੋ ਸਕਦੇ ਹਾਂ, ਇਹਨਾਂ ਸਾਰੇ ਪਹਿਲੂਆਂ ਦੇ ਉੱਪਰ ਆਪਾਂ ਅੱਜ ਇਸ ਲੈਕਚਰ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਸੰਖੇਪ ਰਚਨਾ ਹੁੰਦੀ ਕੀ ਹੈ। ਤਾਂ ਸੰਖੇਪ ਰਚਨਾ ਕੀ ਹੈ? ਮੰਨ ਲਓ ਤੁਹਾਡੇ ਕੋਲ ਕੋਈ ਲਿਖਤ ਦਿੱਤੀ ਹੋਈ ਹੈ, ਭਾਵ ਤੁਹਾਡੇ ਕੋਲ ਕੋਈ ਲਿਖਿਆ ਹੋਇਆ ਭਾਗ ਹੈ ਕਿਸੇ ਰਚਨਾ ਦਾ। ਤੁਸੀਂ ਉਸ ਪੂਰੀ ਲਿਖਤ ਨੂੰ ਜਾਂ ਫਿਰ ਉਸ ਲਿਖਤ ਦੇ ਭਾਗ ਨੂੰ ਉਸ ਦਾ ਸਾਰ ਜਾਂ ਨਿਚੋੜ ਕਰਕੇ ਲਿਖਣਾ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ? ਸੰਖੇਪ ਰਚਨਾ। ਸੰਖੇਪ ਰਚਨਾ ਤੋਂ ਭਾਵ ਇਹ ਨਹੀਂ ਕਿ ਤੁਸੀਂ ਕਿਸੇ ਦਿੱਤੀ ਹੋਈ ਰਚਨਾ ਨੂੰ ਛੋਟਾ ਕਰਕੇ ਲਿਖ ਦੇਵੋ ਜਾਂ ਕੁਝ ਵਾਕ ਉਸ ਦੇ ਵਿੱਚੋਂ ਕੱਟ ਕੇ ਲਿਖ ਦੇਵੋ। ਇਹ ਸੰਖੇਪ ਰਚਨਾ ਦਾ ਭਾਗ ਨਹੀਂ ਹੈ, ਹਿੱਸਾ ਨਹੀਂ ਹੈ, ਤਰੀਕਾ ਨਹੀਂ ਹੈ। ਸਗੋਂ ਕੀ ਹੈ, ਕਿਸੇ ਦਿੱਤੀ ਹੋਈ ਲਿਖਤ ਨੂੰ ਉਸ ਦੇ ਮੂਲ ਅਰਥ ਬਦਲੇ ਬਿਨਾਂ ਅਤੇ ਉਸ ਦੇ ਜੋ ਭਾਵ ਉਸ ਰਚਨਾ ਦੇ ਵਿੱਚ ਪ੍ਰਗਟਾਏ ਗਏ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਜਦੋਂ ਤੁਸੀਂ ਸਾਰੇ ਤੱਥਾਂ ਨੂੰ ਘੱਟ ਸ਼ਬਦਾਂ ਦੇ ਵਿੱਚ, ਭਾਵ ਜਦੋਂ ਤੁਸੀਂ ਗਾਗਰ ਦੇ ਵਿੱਚ ਸਾਗਰ ਭਰਨ ਦੀ ਸਮਰੱਥਾ ਰੱਖਦੇ ਹੋ, ਤਾਂ ਉਸ ਨੂੰ ਸੰਖੇਪ ਰਚਨਾ ਕਿਹਾ ਜਾਂਦਾ ਹੈ। ਸੰਖੇਪ ਰਚਨਾ ਦੀ ਉਦਾਹਰਨ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਸੰਖੇਪ ਕੀਤੀ ਹੋਈ ਰਚਨਾ ਨੂੰ ਦੇਖਦੇ ਵੀ ਹਾਂ ਅਤੇ ਖੁਦ ਵੀ ਉਸਦਾ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਦੇ ਹਾਂ। ਕਿਵੇਂ? ਸਭ ਤੋਂ ਪਹਿਲਾਂ ਆਪਾਂ ਰੋਜ਼ ਅਖਬਾਰਾਂ ਜਾਂ TV ਉੱਤੇ ਕੋਈ ਨਾ ਕੋਈ ਪ੍ਰੋਗਰਾਮ ਦੇਖਦੇ ਹਾਂ ਅਤੇ ਖਬਰਾਂ ਪੜ੍ਹਦੇ ਹਾਂ। ਉਹਦੇ ਵਿੱਚ ਕੀ ਕੀਤਾ ਹੁੰਦਾ ਹੈ? ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਭਾਸ਼ਣ ਦਿੱਤਾ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੋਇਆ ਹੁੰਦਾ ਹੈ ਤਾਂ ਉਸ ਨੂੰ ਬਹੁਤ ਸੰਖੇਪ ਕਰਕੇ ਲਿਖਿਆ ਜਾਂਦਾ ਹੈ ਜਾਂ TV ਉੱਪਰ ਆਪਾਂ ਨੂੰ ਵਿਖਾਇਆ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਰੋਜ਼ ਆਪਾਂ ਕੀ ਕਰਦੇ ਹਾਂ? ਸੰਖੇਪ ਰਚਨਾ ਦਾ ਸਾਹਮਣਾ ਕਰਦੇ ਹਾਂ ਜਾਂ ਉਹਨੂੰ ਦੇਖਦੇ ਹਾਂ। ਦੂਜਾ, ਆਪਾਂ ਖੁਦ ਵੀ ਸੰਖੇਪ ਰਚਨਾ ਦੀ ਵਰਤੋਂ ਕਰਦੇ ਹਾਂ। ਕਿਵੇਂ? ਜਦੋਂ ਆਪਣਾ ਕੋਈ ਰਿਸ਼ਤੇਦਾਰ, ਕੋਈ ਮਿੱਤਰ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਿਸੇ ਦੂਰ ਦੁਰਾਡੇ ਦੇ ਇਲਾਕੇ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠਾ ਹੁੰਦਾ ਤਾਂ ਉਹਨਾਂ ਨਾਲ ਫੋਨ 'ਤੇ ਗੱਲ ਕਰਦੇ ਹੋਏ ਵੀ ਆਪਾਂ ਆਪਣੇ ਨਾਲ ਬੀਤੀ ਹੋਈ ਕਿਸੇ ਘਟਨਾ ਨੂੰ ਜਾਂ ਆਪਣੇ ਪਰਿਵਾਰ ਦੀ ਕਿਸੇ ਗੱਲ ਨੂੰ ਬਹੁਤ ਸੰਖੇਪ ਕਰਕੇ ਉਹਨਾਂ ਨੂੰ ਦੱਸਦੇ ਹਾਂ। ਤੀਜਾ, ਜਦੋਂ ਕਿਤੇ ਵੀ ਆਪਾਂ ਅਫਸਰਾਂ ਜਾਂ ਮੰਤਰੀਆਂ ਨੂੰ ਮਿਲਦੇ ਹਾਂ ਤਾਂ ਉਸ ਸਮੇਂ ਵੀ ਆਪਣੀ ਜੋ ਗੱਲ ਹੈ ਉਹ ਵੀ ਆਪਾਂ ਸੰਖੇਪ ਕਰਕੇ ਹੀ ਦੱਸਦੇ ਹਾਂ, ਕਿਉਂਕਿ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ। ਤਾਂ ਇਸੇ ਕਰਕੇ ਆਪਣੇ ਕੋਲ ਕਲਾ ਹੈ, ਭਾਵ ਆਪਾਂ ਜਾਣਦੇ ਹਾਂ ਕਿ ਕਿਸੇ ਗੱਲ ਨੂੰ ਜਾਂ ਕਿਸੇ ਘਟਨਾ ਨੂੰ ਸੰਖੇਪ ਕਿਸ ਤਰੀਕੇ ਨਾਲ ਕਰਨਾ ਹੈ। ਪਰੰਤੂ ਜਦੋਂ ਆਪਾਂ ਵਿਆਕਰਨ ਦੇ ਵਿੱਚ ਸੰਖੇਪ ਰਚਨਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਤਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ? ਸਭ ਤੋਂ ਪਹਿਲਾ ਨੁਕਤਾ ਹੈ, ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਸੰਖੇਪ ਰਚਨਾ ਕਰਦੇ ਹੋਏ ਕੀ ਕਰਨਾ ਹੈ? ਜੋ ਤੁਹਾਡੇ ਕੋਲ ਦਿੱਤੀ ਹੋਈ ਰਚਨਾ ਹੋਏਗੀ, ਭਾਵ ਕੋਈ ਵੀ ਪੈਰਾ ਜਾਂ ਕੋਈ ਵਾਕ ਦਿੱਤਾ ਹੋਊਗਾ, ਉਸ ਦੇ ਸ਼ਬਦਾਂ ਨੂੰ ਕੀ ਕਰਨਾ ਹੈ? ਗਿਣਨਾ ਹੈ। ਪਹਿਲਾਂ ਗਿਣ ਕੇ ਉਸ ਦੇ ਪੂਰੇ ਸ਼ਬਦਾਂ ਨੂੰ 1/3 ਸ਼ਬਦਾਂ ਦੇ ਵਿੱਚ ਸੰਖੇਪ ਕਰਨਾ ਹੈ। ਮਤਲਬ ਉਦਾਹਰਨ ਦੇ ਤੌਰ 'ਤੇ ਦੇਖੀਏ, ਮੰਨ ਲਓ ਤੁਹਾਡੇ ਕੋਲ ਕੋਈ ਰਚਨਾ ਦਿੱਤੀ ਗਈ ਹੈ, ਪੈਰਾ ਦਿੱਤਾ ਗਿਆ, ਉਸ ਦੇ ਕੁੱਲ ਸ਼ਬਦ ਤੁਸੀਂ ਗਿਣੇ ਤਾਂ ਉਸਦੇ ਬਣ ਗਏ 180। ਤਾਂ ਤੁਸੀਂ 1/3 ਕਰਨਾ ਹੈ, ਭਾਵ ਤੀਜਾ ਹਿੱਸਾ ਤੁਸੀਂ ਸੰਖੇਪ ਕਰਕੇ ਲਿਖਣਾ ਹੈ। ਤਾਂ ਉਸਨੂੰ 3 ਦੇ ਨਾਲ ਤੁਸੀਂ ਕੀ ਕਰ ਲਵੋਗੇ? ਭਾਗ। ਤਾਂ ਕਿੰਨੇ ਰਹਿ ਗਏ? 60 ਸ਼ਬਦ। ਭਾਵ ਜਦੋਂ ਤੁਸੀਂ ਆਪਣੀ ਮੂਲ ਰਚਨਾ ਨੂੰ ਸੰਖੇਪ ਕਰਕੇ ਲਿਖੋਗੇ ਤਾਂ ਉਸਦੇ ਘੱਟੋ ਘੱਟ 60 ਸ਼ਬਦ ਜ਼ਰੂਰ ਹੋਣੇ ਚਾਹੀਦੇ ਹੈ। ਪਰ 60 ਸ਼ਬਦ ਤੋਂ 2-4 ਘੱਟ ਵੀ ਹੋ ਸਕਦੇ ਆ ਜਾਂ 2-4 ਵੱਧ ਵੀ ਹੋ ਸਕਦੇ ਆ, ਉਹਦਾ ਇੰਨਾ ਵੱਡਾ ਜ਼ਿਆਦਾ ਇਸ਼ੂ ਨਹੀਂ ਹੈ। ਤਾਂ ਕਰਨਾ ਕੀ ਹੈ? ਤੁਸੀਂ ਦਿੱਤੀ ਹੋਈ ਰਚਨਾ ਦੇ ਸ਼ਬਦਾਂ ਨੂੰ ਗਿਣਨਾ ਹੈ, ਫਿਰ ਉਸ ਤੋਂ ਬਾਅਦ ਆਪਣੀ ਸੰਖੇਪ ਕੀਤੀ ਹੋਈ ਰਚਨਾ ਨੂੰ ਵੀ ਗਿਣਨਾ ਹੈ। ਦੂਜਾ ਨੁਕਤਾ ਕੀ ਹੈ ਜੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ? ਕਹਿੰਦੇ ਸੰਖੇਪ ਰਚਨਾ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜੋ ਦਿੱਤੀ ਹੋਈ ਰਚਨਾ ਹੈ ਉਸ ਦੇ ਵਿੱਚੋਂ ਜਿਉਂਦੇ ਤੋਂ ਕੁਝ ਵਾਕ ਚੱਕੇ, ਭਾਵ ਜਿਸ ਤਰੀਕੇ ਦੇ ਨਾਲ ਤੁਹਾਡੀ ਰਚਨਾ ਦੇ ਵਿੱਚ ਦਿੱਤੇ ਹੋਏ ਨੇ ਉਸੇ ਤਰੀਕੇ ਦੇ ਨਾਲ ਤੁਸੀਂ ਕੁਝ ਵਾਕ ਚੱਕ ਲਏ ਅਤੇ 1/3 ਸ਼ਬਦਾਂ ਦੀ ਰਚਨਾ ਕਰ ਦਿੱਤੀ। ਭਾਵ ਮੰਨ ਕੇ ਚਲੋ 180 ਸ਼ਬਦ ਸੀ ਤਾਂ ਤੁਸੀਂ ਕੁਝ ਵਾਕ ਚੱਕੇ ਅਤੇ 60 ਸ਼ਬਦ ਤੁਹਾਡੇ ਬਣ ਗਏ। ਇਹ ਵੀ ਤਰੀਕਾ ਗਲਤ ਹੈ। ਤੁਸੀਂ ਕੀ ਕਰਨਾ ਹੈ? ਸੰਖੇਪ ਰਚਨਾ ਕਿਵੇਂ ਕਰਨੀ ਹੈ? ਦਿੱਤੀ ਹੋਈ ਰਚਨਾ ਦੇ ਜੋ ਵਿਚਾਰ ਹੋਣਗੇ ਉਹਨਾਂ ਦੇ ਨਿਚੋੜ ਜਾਂ ਸਾਰ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਉਹ ਤਰੀਕਾ ਤੁਹਾਨੂੰ ਸਮਝਾਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਸਭ ਕਰ ਸਕਦੇ ਹੋ। ਤੀਜੀ ਕੀ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ? ਸੰਖੇਪ ਰਚਨਾ ਦਾ ਇਹ ਵੀ ਮਤਲਬ ਨਹੀਂ ਕਿ ਤੁਸੀਂ ਕੀ ਕਰੋ, ਮੂਲ ਰਚਨਾ, ਭਾਵ ਮੂਲ ਰਚਨਾ ਕੀ ਹੈ? ਜਿਹੜੀ ਤੁਹਾਡੇ ਦਿੱਤੀ ਹੋਈ ਰਚਨਾ ਹੈ ਉਸ ਦੇ ਸ਼ਬਦਾਂ ਨੂੰ ਛੋਟੇ ਆਕਾਰ ਦੇ ਵਿੱਚ ਲਿਖ ਦੇਵੋ ਜਾਂ ਛੋਟਾ ਲਿਖ ਦੇਵੋ, ਜਿਵੇਂ ਭੀੜਾ ਲਿਖ ਦੇਵੋ, ਤਾਂ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਸੰਖੇਪ ਹੈ, ਭਾਵ ਛੋਟੀ ਹੈ। ਪਰੰਤੂ ਇਹ ਤਰੀਕਾ ਵੀ
ਗਲਤ ਹੈ। ਤੁਸੀਂ ਸੰਖੇਪ ਰਚਨਾ ਇਸ ਤਰੀਕੇ ਨਾਲ ਨਹੀਂ ਕਰਨੀ। ਤਾਂ ਹੁਣ ਆਪਾਂ ਸਮਝਦੇ ਹਾਂ ਕਿ ਸੰਖੇਪ ਰਚਨਾ ਕਰਨੀ ਕਿਵੇਂ ਹੈ। ਉਸ ਦੇ ਲਈ ਬਹੁਤ ਸਾਰੇ ਨੁਕਤੇ ਆ ਜਿਹੜੇ ਉਹ ਆਪਾਂ ਨੂੰ ਸਮਝਾਏ ਗਏ ਹੈ। ਕਿਵੇਂ? ਕਹਿੰਦੇ ਸਭ ਤੋਂ ਪਹਿਲਾਂ ਖਿਆਲ ਰੱਖਣਾ ਹੈ ਕਿ ਜੋ ਮੂਲ ਰਚਨਾ ਦੇ ਵਿੱਚ ਅਸਲ ਭਾਵ ਪ੍ਰਗਟਾਏ ਹੋਣਗੇ, ਅਸਲ ਅਰਥ ਪ੍ਰਗਟਾਏ ਹੋਣਗੇ, ਉਹਨਾਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਣੀ। ਭਾਵ ਉਹਨਾਂ ਦੇ ਅਰਥ ਬਿਲਕੁਲ ਵੀ ਨਹੀਂ ਬਦਲਣੇ ਜਾਂ ਉਹਨਾਂ ਨੂੰ ਮੂਲ ਅਰਥਾਂ ਨੂੰ ਨਹੀਂ ਛੱਡਣਾ ਆਪਾਂ, ਜਾਂ ਅਸਲੀ ਅਰਥ ਨਹੀਂ ਬਦਲਣੇ। ਇਸ ਤਰੀਕੇ ਨਾਲ ਆਪਾਂ ਸੰਖੇਪ ਰਚਨਾ ਕਰਨੀ ਹੈ ਅਤੇ ਉਸ ਦੇ ਲਈ ਕੁਝ ਗੁਰ ਵਰਤਣੇ ਨੇ ਆਪਾਂ, ਕੁਝ ਨਿਯਮ ਵਰਤਣੇ ਨੂੰ। ਕਿਹੜੇ ਕਿਹੜੇ ਨਿਯਮ ਨੇ? ਸਭ ਤੋਂ ਪਹਿਲੇ ਨਿਯਮ ਦੀ ਗੱਲ ਕਰਦੇ ਹਾਂ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕਰਨਾ। ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਪੜ੍ਹੇ ਹੋਏ ਹੋ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਉਹਦੇ ਨਾਲ ਆਪਣਾ ਕੀ ਫਾਇਦਾ ਹੁੰਦਾ ਹੈ ਕਿ ਬਹੁਤ ਜ਼ਿਆਦਾ ਸ਼ਬਦਾਂ ਨੂੰ ਆਪਾਂ ਇੱਕ ਛੋਟਾ ਜਿਹਾ ਸ਼ਬਦ, ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਬਦਲ ਸਕਦੇ ਹਾਂ। ਉਦਾਹਰਨ ਦੇ ਰੂਪ ਦੇ ਵਿੱਚ ਆਪਾਂ ਸਮਝਦੇ ਹਾਂ, ਜਿਵੇਂ ਪਹਿਲੀ ਉਦਾਹਰਨ ਹੈ, ਸੁੰਦਰ ਦਾ ਅਜੇ ਤੱਕ ਵਿਆਹ ਨਹੀਂ ਸੀ ਹੋਇਆ। ਇਹਦੇ ਵਿੱਚ ਕੁੱਲ ਕਿੰਨੇ ਸ਼ਬਦ ਬਣੇ? 8 ਸ਼ਬਦ। 1 2 3 4 5 6 7 ਅਤੇ 8 ਸ਼ਬਦ ਬਣੇ। ਜਦੋਂ ਆਪਾਂ ਇਹਨੂੰ ਸੰਖੇਪ ਕਰਕੇ ਲਿਖਾਂਗੇ ਤਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਿਆ ਗਿਆ। ਆਪਾਂ ਪਹਿਲਾਂ ਪੜ੍ਹਿਆ ਹੋਇਆ ਕਿ ਜਿਸ ਦਾ ਵਿਆਹ ਨਾ ਹੋਇਆ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਕੁਆਰਾ, ਅਣਵਿਆਹਿਆ ਜਾਂ ਛੜਾ। ਤਾਂ ਤੁਸੀਂ ਤਿੰਨਾਂ ਦੇ ਵਿੱਚੋਂ ਕੋਈ ਵੀ ਵਾਕ ਹੈ ਜਿਹੜਾ ਉਹ ਉਸ ਦੀ ਜਗ੍ਹਾ 'ਤੇ ਫਿੱਟ ਕਰ ਸਕਦੇ ਹੋ ਸੰਖੇਪ ਰਚਨਾ ਦੇ ਵਿੱਚ। ਸੁੰਦਰ ਅਜੇ ਅਣਵਿਆਹਿਆ ਸੀ, ਕਿੰਨੇ ਸ਼ਬਦ ਘੱਟ ਗਏ? 4 ਸ਼ਬਦ ਰਹਿ ਗਏ ਮੂਲ ਰਚਨਾ ਦੇ ਨਾਲੋਂ। ਇੱਥੇ ਸੁੰਦਰ ਅਜੇ ਕੁਆਰਾ ਸੀ, ਇਹਦੇ ਵਿੱਚ ਵੀ 4 ਸ਼ਬਦ। ਸੁੰਦਰ ਛੜਾ ਸੀ, ਇਹਦੇ ਵਿੱਚ ਕਿੰਨੇ ਸ਼ਬਦ ਰਹਿ ਗਏ? 3 ਸ਼ਬਦ। ਭਾਵ ਤੁਸੀਂ ਸ਼ਬਦਾਂ ਦੀ ਵਰਤੋਂ ਹੈ ਜਿਹੜੀ ਉਹ ਰਚਨਾ ਦੇ ਨਾਲ ਸੰਬੰਧਿਤ ਕਰ ਸਕਦੇ ਹੋ, ਮੌਕੇ ਦੇ ਅਨੁਸਾਰ ਕਰ ਸਕਦੇ ਹੋ। ਭਾਵ ਜੇਕਰ ਤੁਹਾਡੇ ਸ਼ਬਦ ਜ਼ਿਆਦਾ ਘੱਟਦੇ ਹੈ ਤਾਂ ਤੁਸੀਂ ਵੱਧ ਸ਼ਬਦਾਂ ਵਾਲਾ ਕਰ ਸਕਦੇ ਹੋ। ਜੇਕਰ ਤੁਹਾਡੇ ਸ਼ਬਦ ਜ਼ਿਆਦਾ ਹੋ ਰਹੇ ਹੈ ਤਾਂ ਤੁਸੀਂ ਹੋਰ ਵੀ ਸੰਖੇਪ ਕਰ ਸਕਦੇ ਹੋ। ਦੂਸਰੀ ਉਦਾਹਰਨ ਆਪਾਂ ਦੇਖਦੇ ਹਾਂ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਣ ਦੀ। ਤੂੰ ਤਾਂ ਜਿਉਂ ਗੱਲਾਂ ਕਰਨ ਲੱਗਦਾ ਹੈ ਤਾਂ ਰੁਕਦਾ ਹੀ ਨਹੀਂ। ਕੋਈ ਰਾਹ ਜਾਂਦਾ ਤੈਨੂੰ ਬੁਲਾ ਲਵੇ, ਬਸ ਤੂੰ ਗੱਲੀਂ ਲੱਗ ਜਾਂਦਾ ਹੈ। ਇਸ ਰਚਨਾ ਦੇ ਵਿੱਚ 23 ਸ਼ਬਦ ਨੇ। ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਹੁਤੇ ਸ਼ਬਦਾਂ ਦੀ ਥਾਂ ਜੇਕਰ ਆਪਾਂ ਇੱਕ ਸ਼ਬਦ ਦੀ ਗੱਲ ਕਰੀਏ ਤਾਂ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਦਾ ਹੋਵੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਗਾਲੜੀ। ਤਾਂ ਸਿਰਫ ਇਸ ਸਾਰੀ ਗੱਲ ਨੂੰ ਸਮਝਾਇਆ ਜਾ ਸਕਦਾ ਹੈ ਕੀ ਲਿਖ ਕੇ? ਤੂੰ ਬੜਾ ਗਾਲੜੀ ਹੈ। ਇਸ ਤੋਂ ਵੀ ਉਸ ਪਰਸਨ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਜ਼ਿਆਦਾ ਗੱਲਾਂ ਕਰਨ ਬਾਰੇ ਗੱਲ ਕੀਤੀ ਜਾ ਰਹੀ ਹੈ। ਤਾਂ ਮੂਲ ਰਚਨਾ ਦੇ ਵਿੱਚ 23 ਸ਼ਬਦ ਸੀ, ਪਰੰਤੂ ਜਦੋਂ ਆਪਾਂ ਸੰਖੇਪ ਕਰਕੇ ਲਿਖਿਆ ਤਾਂ ਕਿੰਨੇ ਸ਼ਬਦ ਰਹਿ ਗਏ? 4 ਸ਼ਬਦ। ਤਾਂ ਤੁਸੀਂ ਇਸ ਤਰੀਕੇ ਨਾਲ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤ ਕੇ ਵੀ ਸੰਖੇਪ ਰਚਨਾ ਦੇ ਵਿੱਚ ਆਪਣੀ ਰਚਨਾ ਨੂੰ ਸੰਖੇਪ ਕਰ ਸਕਦੇ ਹੋ। ਦੂਸਰੇ ਨਿਯਮ ਦੀ ਗੱਲ ਕਰਦੇ ਹਾਂ। ਦੂਸਰਾ ਨਿਯਮ ਦੇ ਵਿੱਚ ਕੀ ਹੈ? ਆਪਾਂ ਕੀ ਕਰਨਾ ਹੈ? ਢੁਕਵੇਂ ਮੁਹਾਵਰੇ, ਵਾਕੰਸ਼ ਜਾਂ ਅਖਾਣ ਦੀ ਵਰਤੋਂ ਕਰਨੀ। ਭਾਵ ਆਪਾਂ ਛੋਟੀਆਂ ਸ਼੍ਰੇਣੀਆਂ ਤੋਂ ਲੈ ਕੇ ਹੁਣ ਤੱਕ ਮੁਹਾਵਰੇ, ਅਖਾਣਾਂ ਅਤੇ ਵਾਕੰਸ਼ਾਂ ਦੀ ਵਰਤੋਂ ਕਰਦੇ ਆਏ, ਆਪਾਂ ਪੜ੍ਹੇ ਵੀ ਨੇ। ਤਾਂ ਤੁਹਾਡਾ ਸ਼ਬਦ ਭੰਡਾਰ ਹੈ ਜਿਹੜਾ ਉਹ ਜ਼ਿਆਦਾ ਹੋਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਮੁਹਾਵਰਿਆਂ ਦਾ, ਅਖਾਣਾਂ ਦਾ, ਅਤੇ ਉਹਨਾਂ ਦੇ ਅਰਥ ਵੀ ਪਤਾ ਹੋਣੇ ਚਾਹੀਦੇ ਹੈ ਤਾਂ ਕਿ ਤੁਸੀਂ ਸੰਖੇਪ ਰਚਨਾ ਕਰਦੇ ਸਮੇਂ ਉਹਨਾਂ ਦਾ ਸਹੀ ਇਸਤੇਮਾਲ ਹੈ ਜਿਹੜਾ ਉਹ ਕਰ ਸਕੋ। ਤਾਂ ਢੁਕਵੇਂ ਮੁਹਾਵਰੇ ਕਿਵੇਂ ਆਪਾਂ ਸੰਖੇਪ ਰਚਨਾ ਦੇ ਵਿੱਚ ਵਰਤ ਸਕਦੇ ਹਾਂ, ਇਹਦੇ ਬਾਰੇ ਆਪਾਂ ਉਦਾਹਰਨਾਂ ਦੇ ਨਾਲ ਦੇਖਦੇ ਹਾਂ। ਜਿਵੇਂ ਕਿ ਪਹਿਲੀ ਉਦਾਹਰਨ ਦਿੱਤੀ ਹੋਈ ਹੈ, ਸੰਤੋਖ ਨੂੰ ਕੋਈ ਪੁੱਛਦਾ ਗਿੱਛਦਾ ਹੀ ਨਹੀਂ, ਉਸ ਦੀ ਕਹੀ ਗੱਲ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ ਹੈ। ਤਾਂ ਇਸ ਦੇ ਵਿੱਚ ਮੂਲ ਰਚਨਾ ਦੇ ਵਿੱਚ ਕੁੱਲ ਸ਼ਬਦ ਹੈਗੇ 16। ਤਾਂ ਆਪਾਂ ਮੁਹਾਵਰੇ ਜਾਂ ਅਖਾਣਾਂ ਦੇ ਵਿੱਚ ਆਪਾਂ ਦੇਖਿਆ ਹੋਇਆ ਹੈ ਕਿ ਜਿਸ ਦੀ ਕੋਈ ਮਹੱਤਤਾ ਨਾ ਹੋਵੇ, ਜਿਸ ਨੂੰ ਕੋਈ ਵੀ ਪਛਾਣਦਾ ਨਾ ਹੋਵੇ, ਪੁੱਛ ਗਿੱਛ ਨਾ ਹੋਵੇ ਜਿਸ ਦੀ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਹ ਨਾ 3 ਵਿੱਚ ਹੈ ਨਾ 13 ਵਿੱਚ। ਤਾਂ ਇਸ ਦੇ ਵਿੱਚ ਆਪਾਂ ਕੀ ਕੀਤਾ? ਇੱਕ ਵਾਕੰਸ਼ ਭਾਵ ਟੋਟਕਾ ਇਸਤੇਮਾਲ ਕੀਤਾ ਕਿ ਸੰਤੋਖ ਨਾ 3 ਵਿੱਚ ਹੈ ਨਾ 13 ਵਿੱਚ। ਤਾਂ ਦੇਖੋ ਅੱਧੇ ਸ਼ਬਦ ਹੈ ਜਿਹੜੇ ਆਪਾਂ ਇੱਕ ਵਾਕੰਸ਼, ਢੁਕਵੇਂ ਮੁਹਾਵਰੇ ਜਾਂ ਅਖਾਣ ਦੀ ਵਰਤੋਂ ਕਰਨ ਦੇ ਨਾਲ ਘਟਾ ਸਕਦੇ ਹਾਂ, ਸੰਖੇਪ ਕਰ ਸਕਦੇ ਹਾਂ। ਅੱਗੇ ਆਪਾਂ ਉਦਾਹਰਨ ਦੇ ਨਾਲ ਸਮਝਦੇ ਹਾਂ ਕਿ ਆਪਾਂ ਅਖਾਣ ਵਰਤ ਕੇ ਕਿਵੇਂ ਆਪਾਂ ਕਿਸੇ ਰਚਨਾ ਨੂੰ ਸੰਖੇਪ ਕਰ ਸਕਦੇ ਹਾਂ। ਜਿਵੇਂ ਦੋਵੇਂ ਤਰ੍ਹਾਂ ਦੇ ਸੁਭਾਅ ਠੀਕ ਨਹੀਂ। ਇੱਕ ਉਹ ਹਨ ਜਿਹੜੇ ਵਕਤ ਤੋਂ ਬਹੁਤ ਪਹਿਲਾਂ ਸਕੀਮਾਂ ਬਣਾ ਲੈਂਦੇ ਨੇ। ਦੂਜੇ ਉਹ ਹਨ ਜਿਹੜੇ ਪਹਿਲਾਂ ਉੱਕਾ ਹੀ ਨਹੀਂ ਸੋਚਦੇ, ਉਹ ਬਿਲਕੁਲ ਵਕਤ ਪੈਣ 'ਤੇ ਹੀ ਹਰਕਤ ਵਿੱਚ ਆਉਂਦੇ ਹਨ ਅਤੇ ਤੱਤ ਭੜੱਥੀ ਕਰਨ ਲੱਗਦੇ ਹਨ।
ਤੁਸੀਂ ਇਹ ਵਾਲਾ ਮੈਂ ਅੰਡਰਲਾਈਨ ਕਿਉਂ ਕੀਤਾ, ਲਾਈਨ ਕਿਉਂ ਲਗਾਈ ਹੈ, ਕਿਉਂਕਿ ਜਿਸ ਸ਼ਬਦ ਦੇ ਨਾਲ ਜੋੜਨੀ ਲੱਗੀ ਹੋਵੇ ਉਸ ਨੂੰ ਤੁਸੀਂ ਗਿਣਦੇ ਹੋਏ ਇੱਕ ਸ਼ਬਦ ਗਿਣਨਾ ਹੈ, ਉਸ ਨੂੰ ਦੋ ਸ਼ਬਦ ਨਹੀਂ ਗਿਣਨਾ। ਤਾਂ ਇਸ ਪੂਰੀ ਰਚਨਾ ਦੇ ਵਿੱਚ ਕਿੰਨੇ ਸ਼ਬਦ ਆਏ? 42 ਸ਼ਬਦ। ਇਸ ਨੂੰ ਜਦੋਂ ਸੰਖੇਪ ਕਰਕੇ ਲਿਖਿਆ ਜਾਵੇਗਾ ਤਾਂ ਆਪਾਂ ਕਿਵੇਂ ਵਰਤ ਸਕਦੇ ਹਾਂ? ਦੇਖੋ, 2 ਅਖਾਣਾਂ ਇਹਦੇ ਵਿੱਚ, ਇੱਕ ਅਖਾਣ ਇਹਦੇ ਵਿੱਚ ਵਰਤੀ ਗਈ ਹੈ। ਨਾ ਇਹ ਠੀਕ ਹੈ ਕਿ 100 ਕੋ ਦਰਿਆ ਤੇ ਤੰਬਾ ਮੋਢੇ ਤੇ। ਪਹਿਲੀ ਅਖਾਣ ਕੀ ਹੈ ਕਿ ਉਹ ਜੇ ਵਿਅਕਤੀਆਂ ਬਾਰੇ ਵਰਤੀ ਗਈ ਹੈ ਕਿ ਜਿਹੜੇ ਬਹੁਤ ਸਮਾਂ ਪਹਿਲਾਂ ਸਕੀਮਾਂ ਬਣਾ ਲੈਂਦੇ ਨੇ। ਭਾਵ ਜੇ ਦਰਿਆ 100 ਕੋ ਤੇ ਹੈ, ਪਹਿਲਾਂ ਹੀ ਉਸਨੇ ਤੰਬਾ ਕਹੀ ਆਪਣੀ ਮੋਢੇ ਉੱਤੇ ਰੱਖ ਲਈ ਕੁਝ ਕੰਮ ਕਰਨ ਵਾਸਤੇ ਜਾਂ ਉਸ ਦਰਿਆ ਨੂੰ ਬੰਨ੍ਹ ਲਾਉਣ ਵਾਸਤੇ। ਦੂਸਰੀ ਕੀ ਹੈ ਕਿ ਪਿਆਸ ਲੱਗੀ ਤੋਂ ਖੂਹ ਪੁੱਟਣ ਲੱਗੋ। ਭਾਵ ਇਹ ਉਹਨਾਂ ਲੋਕਾਂ ਲਈ ਵਰਤਿਆ ਗਿਆ ਹੈ ਜਿਹੜੇ ਬਿਲਕੁਲ ਵਕਤ ਪੈਣ 'ਤੇ ਹਰਕਤ ਵਿੱਚ ਆਉਂਦੇ ਹਨ। ਭਾਵ ਤੁਹਾਨੂੰ ਜਦੋਂ ਹੀ ਪਿਆਸ ਲੱਗੀ ਤੁਸੀਂ ਉਦੋਂ ਹੀ ਖੂਹ ਪੁੱਟਣ ਲੱਗੋ, ਉਸ ਤੋਂ ਪਹਿਲਾਂ ਤੁਸੀਂ ਕੋਈ ਵੀ ਕੰਮ ਨਹੀਂ ਕਰ ਰਹੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਅਖਾਣ ਵਰਤ ਕੇ ਕਿੰਨੇ ਸ਼ਬਦ ਲਿਆਂਦੇ? 21 ਸ਼ਬਦ। ਭਾਵ ਉਸ ਦਾ ਬਿਲਕੁਲ ਅੱਧ ਤੁਸੀਂ ਸੰਖੇਪ ਰਚਨਾ ਦੇ ਵਿੱਚ ਕਰ ਸਕਦੇ ਹੋ। ਤੀਜਾ, ਮੁਹਾਵਰਾ ਵਰਤ ਕੇ ਆਪਾਂ ਕਿਵੇਂ ਘਟਾ ਸਕਦੇ ਹਾਂ? ਮੇਰਾ ਗਿਆਨ ਬਹੁਤ ਥੋੜ੍ਹਾ ਹੈ, ਬਾਹਰਲੀ ਦੁਨੀਆ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ, ਬਸ ਇੱਥੇ ਹੀ ਰਹਿੰਦਾ ਹਾਂ। ਮੂਲ ਰਚਨਾ ਦੇ ਸ਼ਬਦ 17, ਪਰ ਜਦੋਂ ਹੀ ਆਪਾਂ ਇਹਨੂੰ ਮੁਹਾਵਰੇ ਦੇ ਵਿੱਚ ਵਰਤਿਆ, ਮੁਹਾਵਰੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ। ਭਾਵ ਪੂਰਾ ਤੁਸੀਂ ਜਦੋਂ ਇਹ ਪੈਰਾ ਜਾਂ ਵਾਕ ਪੜ੍ਹੋਗੇ ਤਾਂ ਇਹਦੇ ਤੋਂ ਤੁਹਾਨੂੰ ਕੀ ਸਮਝ ਆ ਰਿਹਾ ਹੈ ਕਿ ਮੇਰਾ ਗਿਆਨ ਬਹੁਤ ਥੋੜ੍ਹਾ ਹੈ। ਕੀ ਗੱਲ ਕੀਤੀ ਗਈ ਹੈ? ਕਿਸੇ ਦੇ ਥੋੜ੍ਹਾ ਗਿਆਨ ਹੋਣ ਦੀ ਗੱਲ ਕੀਤੀ ਗਈ ਹੈ। ਤਾਂ ਜਿਸ ਦਾ ਗਿਆਨ ਥੋੜ੍ਹਾ ਹੋਵੇ ਜਾਂ ਜਿਸ ਨੂੰ ਬਾਹਰ ਅੰਦਰ ਦਾ ਕੋਈ ਵੀ ਥਾਂ ਪਤਾ ਨਾ ਹੋਵੇ, ਕੁਝ ਨਾ ਪਤਾ ਹੋਵੇ, ਉਸ ਦੇ ਲਈ ਆਪਾਂ ਕੀ ਵਰਤਦੇ ਹਾਂ ਕਿ ਇਹ ਤਾਂ ਖੂਹ ਦਾ ਡੱਡੂ ਹੈ। ਤਾਂ ਤੁਸੀਂ ਕੀ ਕਰ ਸਕਦੇ ਹੋ ਇੱਥੇ? ਮੈਂ ਤਾਂ ਖੂਹ ਦਾ ਡੱਡੂ ਹਾਂ। ਤਾਂ ਕੁੱਲ ਕਿੰਨੇ ਸ਼ਬਦ ਬਣ ਗਏ? ਸਿਰਫ 6 ਸ਼ਬਦ। ਸੰਖੇਪ ਰਚਨਾ ਕਰਦੇ ਸਮੇਂ ਤੀਜਾ ਗੁਰ ਜਾਂ ਨਿਯਮ ਯਾਦ ਰੱਖਣਾ ਹੈ। ਉਸ ਦਾ ਕੀ ਹੈ ਕਿ ਸਜਾਵਟੀ ਸ਼ਬਦਾਂ ਨੂੰ ਛੱਡ ਦੇਣਾ ਹੈ। ਸਜਾਵਟੀ ਸ਼ਬਦ ਤੋਂ ਕੀ ਭਾਵ ਹੈ ਕਿ ਜਦੋਂ ਕਿਸੇ ਦੀ ਸਿਫਤ ਦੇ ਵਿੱਚ ਜਾਂ ਕਿਸੇ ਦੀ ਨਿੰਦਿਆ ਕਰਨ ਦੇ ਲਈ ਜਾਂ ਫਿਰ ਕੁਝ ਜ਼ਿਆਦਾ ਵਿਸ਼ੇਸ਼ਤਾ ਦੱਸਣ ਦੇ ਲਈ ਜਿਹੜੇ ਸ਼ਬਦ ਵਰਤੇ ਗਏ ਹੋਣ, ਉਹਨਾਂ ਸ਼ਬਦਾਂ ਨੂੰ ਆਪਾਂ ਸੰਖੇਪ ਕਰਦੇ ਹੋਏ ਛੱਡ ਦੇਵਾਂਗੇ। ਉਦਾਹਰਨ ਦੇ ਨਾਲ ਸਮਝਦੇ ਹਾਂ, ਜਿਵੇਂ ਉਹਦਾ ਮੱਥਾ ਸੂਰਜ ਵਾਂਗ ਚਮਕਦਾ ਸੀ, ਚਿਹਰਾ ਇਸ ਤਰ੍ਹਾਂ ਸੀ ਜਿਵੇਂ ਬੱਦਲਾਂ ਦੇ ਓਲਿਓਂ ਚੰਦਰਮਾ ਨਿਕਲਿਆ ਹੋਵੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸਦੇ ਚਿਹਰੇ 'ਤੇ ਬਾਲਾਂ ਵਰਗੀ, ਭਾਵ ਬੱਚਿਆਂ ਵਰਗੀ ਮਾਸੂਮੀਅਤ ਝਲਕਦੀ ਸੀ। ਜੇਕਰ ਤੁਸੀਂ ਇਹ ਸਾਰੇ 3-4 ਵਾਕਾਂ ਨੂੰ ਧਿਆਨ ਦੇ ਨਾਲ ਪੜ੍ਹੋਗੇ ਤਾਂ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਇਸ ਪੂਰੇ 3-4 ਵਾਕਾਂ ਦੇ ਵਿੱਚ ਕਿਸੇ ਵਿਅਕਤੀ ਦੇ ਚਿਹਰੇ ਦੀ ਸਿਫਤ ਹੈ ਜਿਹੜੀ ਉਹ ਕੀਤੀ ਗਈ ਹੈ। ਕਦੇ ਸੂਰਜ ਵਾਂਗ ਚਮਕਣ ਦੇ ਲਈ ਕਿਹਾ ਗਿਆ ਹੈ ਅਤੇ ਕਦੇ ਬੱਦਲਾਂ ਦੇ ਓਲਿਓਂ ਚੰਦਰਮਾ ਨਿਕਲਿਆ ਗਿਆ ਹੋਵੇ ਅਤੇ ਉਸ ਦੇ ਚਿਹਰੇ 'ਤੇ ਮਾਸੂਮੀਅਤ ਵੀ ਝਲਕਦੀ ਸੀ। ਤਾਂ ਸੂਰਜ ਵਾਂਗ ਚਮਕਣ ਵਾਲੇ ਲਈ ਕੀ ਵਰਤਿਆ ਜਾ ਸਕਦਾ ਹੈ ਕਿ ਉਸਦੇ ਚਿਹਰੇ 'ਤੇ ਤੇਜ ਸੀ, ਕਿਉਂਕਿ ਸੂਰਜ ਕੀ ਹੁੰਦਾ ਹੈ? ਤੇਜ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਬੱਦਲਾਂ ਦੇ ਵੱਲੋਂ ਚੰਦਰਮਾ ਨਿਕਲਿਆ ਹੋਵੇ, ਚੰਦਰਮਾ ਕਿਸ ਚੀਜ਼ ਲਈ ਵਰਤਿਆ ਜਾਂਦਾ ਹੈ? ਸੋਹਣੇਪਣ ਦੇ ਲਈ ਵਰਤਿਆ ਜਾਂਦਾ ਹੈ। ਤਾਂ ਉਸਦੇ ਸੁਹੱਪਣ ਅਤੇ ਬਾਲਾਂ ਵਰਗੀ ਮਾਸੂਮੀਅਤ ਕਿਹਨਾਂ ਦੇ ਵਿੱਚ ਹੀ ਹੁੰਦੀ ਹੈ? ਜ਼ਿਆਦਾਤਰ ਬਾਲਾਂ ਦੇ ਵਿੱਚ, ਬੱਚਿਆਂ ਦੇ ਵਿੱਚ ਹੀ ਹੁੰਦੀ ਹੈ। ਤਾਂ ਜਦੋਂ ਤੁਸੀਂ ਇਸ ਨੂੰ ਸੰਖੇਪ ਕਰਕੇ ਲਿਖੋਗੇ ਤਾਂ ਉਸ ਦੇ ਚਿਹਰੇ 'ਤੇ ਤੇਜ, ਸੁਹੱਪਣ ਅਤੇ ਮਾਸੂਮੀਅਤ ਝਲਕਦੀ ਸੀ। ਇਸ ਤਰੀਕੇ ਦੇ ਨਾਲ ਤੁਸੀਂ 9 ਸ਼ਬਦਾਂ ਦੇ ਵਿੱਚ ਪੂਰੀ ਜੋ ਗੱਲ ਹੈ ਕਿਸੇ ਵਿਅਕਤੀ ਦੇ ਚਿਹਰੇ ਬਾਰੇ ਕਹੀ ਹੋਈ ਉਹ ਤੁਸੀਂ ਸਮਝਾ ਸਕਦੇ ਹੋ। ਦੂਜੀ ਉਦਾਹਰਨ ਦੇ ਨਾਲ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕੀ ਲਿਖਿਆ ਹੈ ਕਿ ਰਾਤੀ ਉਹ ਝੱਖੜ ਝੁੱਲਿਆ ਮਾਨੋ ਦਰਖਤਾਂ ਨੂੰ ਜੜ੍ਹੋਂ ਉਖਾੜ ਦੇਵੇਗਾ, ਘਰਾਂ ਦੀਆਂ ਛੱਤਾਂ ਉਡਾ ਕੇ ਲੈ ਜਾਵੇਗਾ, ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਚੂਰਾ ਚੂਰਾ ਕਰ ਦੇਵੇਗਾ। ਜਦੋਂ ਹੀ ਤੁਸੀਂ ਇਹ ਛੋਟਾ ਪੈਰਾ ਪੜ੍ਹਿਆ ਤਾਂ ਤੁਹਾਨੂੰ ਇਹ ਪੜ੍ਹਨ ਤੋਂ ਬਾਅਦ ਕਿਸ ਚੀਜ਼ ਦਾ ਪਤਾ ਲੱਗਿਆ ਕਿ ਪੂਰੇ ਪੈਰੇ ਦੇ ਵਿੱਚ ਤੁਹਾਨੂੰ ਝੱਖੜ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦਾ ਝੱਖੜ ਹੈ ਜੋ ਉਹ ਆਇਆ ਸੀ। ਤਾਂ ਜਦੋਂ ਹੀ ਤੁਸੀਂ ਇਹਨੂੰ ਸੰਖੇਪ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਸ ਨੂੰ ਤੁਸੀਂ ਸਿਰਫ ਇੱਕ ਸ਼ਬਦ ਦੇ ਨਾਲ ਸਾਰਾ ਸਮਝਾ ਦਿੱਤਾ ਕਿ ਸਾਰੀ ਰਾਤ ਜ਼ਬਰਦਸਤ ਝੱਖੜ ਝੁੱਲਿਆ। ਜਾਂ ਤੁਸੀਂ ਕੀ ਕਰ ਸਕਦੇ ਹੋ ਕਿ ਕੱਲ੍ਹ ਰਾਤੀ ਜ਼ਬਰਦਸਤ ਝੱਖੜ ਝੁੱਲਿਆ। ਤਾਂ ਕੁੱਲ ਕਿੰਨੇ ਸ਼ਬਦ ਰਹਿ ਗਏ? 4 ਸ਼ਬਦ। ਇਹ ਵਾਕ ਦੇ ਨਾਲ ਵੀ ਤੁਹਾਨੂੰ ਆਪਣੇ ਆਪ ਸਮਝ ਦੇ ਵਿੱਚ ਆ ਜਾਵੇਗਾ ਕਿ ਜ਼ਬਰਦਸਤ ਝੱਖੜ ਕਿਸ ਤਰੀਕੇ ਦਾ ਹੁੰਦਾ ਹੈ। ਜਦੋਂ ਹਨੇਰੀ ਜ਼ਿਆਦਾ ਚੱਲਦੀ ਹੈ, ਦਰਵਾਜ਼ੇ ਖਿੜਕੀਆਂ ਖੜਕਦੇ ਨੇ, ਟੁੱਟਦੇ ਨੇ, ਜਾਂ ਫਿਰ ਹਵਾ ਦੀ ਆਵਾਜ਼ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ
ਕਿਸੇ ਵੀ ਰਚਨਾ ਨੂੰ ਸੰਖੇਪ ਜਿਹੜਾ ਉਹ ਕਰ ਸਕਦੇ ਹੋ। ਭਾਵ ਕਿਵੇਂ ਕਰ ਸਕਦੇ ਹੋ? ਸਜਾਵਟੀ ਸ਼ਬਦਾਂ ਨੂੰ ਛੱਡ ਕੇ, ਕਿਸੇ ਦੀ ਨਿੰਦਾ ਕਰਨ ਵੇਲੇ, ਕਿਸੇ ਦੀ ਜ਼ਿਆਦਾ ਵਿਸ਼ੇਸ਼ਤਾ ਦੱਸਣ ਵੇਲੇ ਜੋ ਸ਼ਬਦ ਵਰਤੇ ਗਏ ਹੋਣ ਉਹਨਾਂ ਨੂੰ ਛੱਡ ਕੇ ਤੁਸੀਂ ਆਪਣਾ ਇੱਕ ਸ਼ਬਦ ਬਣਾ ਕੇ, ਆਪਣੀ ਇੱਕ ਵਿਸ਼ੇਸ਼ਤਾ ਬਣਾ ਕੇ ਉਸ ਦਾ ਸੰਖੇਪ ਕਰ ਸਕਦੇ ਹੋ। ਚੌਥੇ ਗੁਰ ਵੱਲ ਚੱਲਦੇ ਹਾਂ। ਚੌਥਾ ਗੁਰ ਕੀ ਹੈ ਕਿ ਕਿਸੇ ਦੀ ਆਖੀ ਹੋਈ ਗੱਲ ਨੂੰ ਸੰਖੇਪ ਕਰਨਾ। ਭਾਵ ਜ਼ਿਆਦਾਤਰ ਰਚਨਾਵਾਂ ਦੇ ਵਿੱਚ ਜੋ ਤੁਹਾਨੂੰ ਰਚਨਾ ਦਿੱਤੀ ਹੋਏਗੀ ਉਹਦੇ ਵਿੱਚ ਕੀ ਕੀਤਾ ਹੋਊਗਾ ਕਿ ਜੋ ਕਿਸੇ ਦੀ ਵਿਅਕਤੀ ਦੀ ਆਖੀ ਗੱਲ ਹੈ ਉਸ ਨੂੰ ਜਿਉਂ ਦਾ ਤਿਉਂ ਲਿਖਿਆ ਹੋ ਸਕਦਾ ਹੈ ਪੁੱਠੇ ਕਾਮਿਆਂ ਦੇ ਵਿੱਚ। ਤਾਂ ਤੁਸੀਂ ਕੀ ਕਰਨਾ ਹੈ, ਜਦੋਂ ਹੀ ਤੁਸੀਂ ਉਹਨੂੰ ਸੰਖੇਪ ਕਰੋਗੇ ਤਾਂ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋਗੇ। ਭਾਵ ਉਸ ਗੱਲ ਨੂੰ ਆਪਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਸਮਝਾ ਸਕਦੇ ਹੋ। ਜਿਵੇਂ ਉਦਾਹਰਨ ਦੇ ਵਿੱਚ ਕੀ ਦਿੱਤਾ ਹੋਇਆ ਹੈ, ਵਿਦਿਆਰਥੀ ਨੇ ਸੁਪਰਵਾਈਜ਼ਰ ਨੂੰ ਕਿਹਾ, ਜੀ ਇਹ ਕਾਗਜ਼ ਗਲਤੀ ਨਾਲ ਮੇਰੀ ਜੇਬ ਵਿੱਚ ਰਹਿ ਗਏ, ਮੈਂ ਇਹਨਾਂ ਤੋਂ ਕੁਝ ਨਕਲ ਨਹੀਂ ਕੀਤਾ, ਤੁਸੀਂ ਮੈਨੂੰ ਐਤਕੀ ਮਾਫ਼ ਕਰ ਦਿਓ, ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ, ਮੇਰਾ ਸਾਲ ਖਰਾਬ ਹੋ ਜਾਵੇਗਾ, ਮੇਰੇ ਉੱਤੇ ਨਕਲ ਮਾਰਨ ਦਾ ਕੇਸ ਨਾ ਬਣਾਉਣਾ ਜੀ। ਜਦੋਂ ਹੀ ਤੁਸੀਂ ਇਹ ਛੋਟੇ ਜਿਹੇ ਪੈਰੇ ਨੂੰ ਪੜ੍ਹਿਆ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਗੱਲ ਆਈ ਕਿ ਕੋਈ ਵਿਦਿਆਰਥੀ ਸੁਪਰਵਾਈਜ਼ਰ ਨੂੰ ਮਿੰਨਤਾਂ ਕਰ ਰਿਹਾ ਹੈ ਪਰਚੀ ਲੈ ਕੇ ਆਉਣ ਦੇ ਲਈ, ਕੋਈ ਕਾਗਜ਼ ਲੈ ਕੇ ਆਉਣ ਦੇ ਲਈ, ਤੇ ਅਖੀਰ ਦੇ ਵਿੱਚ ਮਿਹਨਤ ਕੀ ਕਰ ਰਿਹਾ ਹੈ ਕਿ ਉਸ ਦੇ ਉੱਪਰ ਨਕਲ ਮਾਰਨ ਦਾ ਕੇਸ ਨਾ ਬਣਾਇਆ ਜਾਵੇ। ਤਾਂ ਤੁਸੀਂ ਇਸ ਨੂੰ ਸੰਖੇਪ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ? ਸਭ ਤੋਂ ਪਹਿਲਾਂ ਉਹੀ ਗੱਲ, ਸ਼ਬਦ ਗਿਣੋਗੇ ਤੇ ਉਸ ਦਾ ਤੀਜਾ ਹਿੱਸਾ ਕਰੋਗੇ। ਸੰਖੇਪ ਕਿਵੇਂ ਕਰ ਸਕਦੇ ਹੋ? ਵਿਦਿਆਰਥੀ ਨੇ ਸੁਪਰਵਾਈਜ਼ਰ ਕੋਲ ਗਿੜਗਿੜਾਉਂਦੇ ਹੋਏ ਕਿਹਾ। ਭਾਵ ਇੱਥੇ ਜੋ ਬੱਚਾ ਹੈ ਉਹ ਗਿੜਗਿੜਾ ਰਿਹਾ ਹੈ, ਭੀਖ ਮੰਗ ਰਿਹਾ ਹੈ ਕਿ ਉਸ ਦੇ ਉੱਪਰ ਨਕਲ ਦਾ ਕੇਸ ਨਾ ਪਾਇਆ ਜਾਵੇ। ਗਿੜਗਿੜਾਉਂਦੇ ਹੋਏ ਕਾਗਜ਼ ਲਿਆਉਣ ਲਈ ਖਿਮਾ ਮੰਗੀ। ਸਿਰਫ ਕਿੰਨੇ ਸ਼ਬਦ ਰਹਿ ਗਏ? 11 ਸ਼ਬਦ। ਤੁਸੀਂ ਹੋਰ ਵੀ ਤਰੀਕੇ ਦੇ ਨਾਲ ਇਸ ਨੂੰ ਛੋਟਾ ਸੰਖੇਪ ਕਰ ਸਕਦੇ ਹੋ। ਕਿਵੇਂ? ਵਿਦਿਆਰਥੀ ਨੇ ਸੁਪਰਵਾਈਜ਼ਰ ਤੋਂ ਕਾਗਜ਼ ਲਿਆਉਣ ਲਈ ਖਿਮਾ ਮੰਗਦੇ ਹੋਏ ਕੇਸ ਨਾ ਬਣਾਉਣ ਲਈ ਮਿੰਨਤਾਂ ਕੀਤੀਆਂ। ਤਾਂ ਪੂਰੇ ਪੈਰੇ ਦੀਆਂ ਜੋ ਅਸਲੀ ਭਾਵ ਸੀ ਉਹ ਤੁਹਾਡੇ ਸਮਝ ਦੇ ਵਿੱਚ ਆ ਗਿਆ ਸਿਰਫ ਇਹਨਾਂ 2 ਲਾਈਨਾਂ ਦੇ ਨਾਲ ਕਿ ਕੀ ਕੀਤਾ। ਸਿਰਫ ਅਸਲੀ ਮੂਲ ਕੀ ਹੈ ਕਿ ਵਿਦਿਆਰਥੀ ਨੇ ਸੁਪਰਵਾਈਜ਼ਰ ਕੋਲ ਕਾਗਜ਼ ਲਿਆਉਣ ਦੇ ਲਈ ਖਿਮਾ ਮੰਗੀ ਸੀ ਤੇ ਉਸਨੇ ਕੇਸ ਨਾ ਬਣਾਉਣ ਦੀ ਬੇਨਤੀ ਵੀ ਕੀਤੀ ਸੀ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਸੰਖੇਪ ਕਰਕੇ ਲਿਖ ਸਕਦੇ ਹੋ। ਪੰਜਵਾਂ ਜੋ ਨਿਯਮ ਹੈ ਤੇ ਆਖਰੀ ਨਿਯਮ ਹੈ ਸੰਖੇਪ ਰਚਨਾ ਕਰਨ ਦਾ, ਕਿ ਜੋ ਮੂਲ ਰਚਨਾ ਦੇ ਵਿੱਚ ਤੁਹਾਨੂੰ ਵਾਧੂ ਦੁਹਰਾ ਆਏ ਹੋਣਗੇ ਸ਼ਬਦਾਂ ਦੇ ਜਾਂ ਵਾਕਾਂ ਦੇ, ਉਹ ਤੁਸੀਂ ਕੀ ਕਰ ਦੇਣੇ ਨੇ? ਬਿਲਕੁਲ ਛੱਡ ਦੇਣੇ ਨੇ। ਉਹਨਾਂ ਨੂੰ ਆਪਣੀ ਰਚਨਾ ਦੇ ਵਿੱਚ ਸੰਖੇਪ ਕਰਦੇ ਹੋਏ ਨਹੀਂ ਲਿਖਣਾ। ਉਦਾਹਰਨ ਦੇ ਰੂਪ ਦੇ ਵਿੱਚ ਸਮਝਦੇ ਹਾਂ, ਜਿਵੇਂ ਨੇਤਾ ਜੀ ਨੇ ਕਿਹਾ, ਵੀਰੋ ਤੇ ਭੈਣੋ, ਤੁਸੀਂ ਸਿਆਣੇ ਹੋ, ਸਮਝਦਾਰ ਹੋ, ਪੜ੍ਹੇ ਲਿਖੇ ਹੋ, ਸਭ ਕੁਝ ਜਾਣਦੇ ਹੋ, ਮੈਂ ਤੁਹਾਨੂੰ ਕੋਈ ਅਪੀਲ ਨਹੀਂ ਕਰਨੀ, ਕੋਈ ਜ਼ੋਰ ਨਹੀਂ ਪਾਉਣਾ, ਮੁੜ ਮੁੜ ਨਹੀਂ ਕਹਿਣਾ, ਬਸ ਇਹੋ ਕਹਿਣਾ ਹੈ ਕਿ ਮੈਂ ਤੁਹਾਡਾ ਆਪਣਾ ਹਾਂ, ਤੁਸੀਂ ਵੋਟ ਮੈਨੂੰ ਹੀ ਪਾਉਣਾ। ਸਭ ਤੋਂ ਪਹਿਲਾਂ ਆਪਾਂ ਇਸ ਛੋਟੇ ਪੈਰੇ ਨੂੰ ਪੜ੍ਹਨਾ ਹੈ। ਉਸ ਤੋਂ ਬਾਅਦ ਕੀ ਲੱਭਣਾ ਹੈ ਕਿ ਇਸ ਪੈਰੇ ਦੇ ਵਿੱਚ ਗੱਲ ਕੀ ਕੀਤੀ ਗਈ ਹੈ। ਇੱਕ ਨੇਤਾ ਆਪਣੇ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਉਹਨਾਂ ਦੀ ਸਿਫਤ ਕਰਦੇ ਹੋਏ ਬੇਨਤੀ ਕਰ ਰਿਹਾ ਹੈ। ਤਾਂ ਇਸ ਨੂੰ ਜਦੋਂ ਸੰਖੇਪ ਕਰਕੇ ਲਿਖਾਂਗੇ ਤਾਂ ਸ਼ਬਦਾਂ ਦੇ ਵਿੱਚ ਕਿਵੇਂ ਗੁੰਦਾਂਗੇ ਇਹਨੂੰ? ਨੇਤਾ ਨੇ ਵੋਟਰਾਂ ਦੀ ਪ੍ਰਸ਼ੰਸਾ ਕਰਦਿਆਂ, ਭਾਵ ਜੋ ਇਹ ਸਿਆਣੇ ਹੋ, ਸਮਝਦਾਰ ਹੋ, ਪੜ੍ਹੇ ਲਿਖੇ ਹੋ, ਸਭ ਕੁਝ ਜਾਣਦੇ ਹੋ, ਤੁਹਾਨੂੰ ਕੋਈ ਅਪੀਲ ਨਹੀਂ ਕਰਨੀ, ਜ਼ੋਰ ਨਹੀਂ ਪਾਉਣਾ, ਭਾਵ ਇਹ ਕੀ ਹੈ? ਸਭ ਕੁਝ ਵੋਟਰਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਤਾਂ ਕੀ ਕੀਤਾ? ਨੇਤਾ ਨੇ ਵੋਟਰਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਤਾਂ ਇਸ ਦੇ ਨਾਲ ਤੁਸੀਂ ਜੋ ਮੂਲ ਰਚਨਾ ਹੈ ਨਾ ਉਸਦਾ ਅਰਥ ਬਦਲਿਆ ਤੇ ਨਾ ਹੀ ਉਸਦੇ ਭਾਵ ਬਦਲੇ। ਤੁਸੀਂ ਇੱਥੇ ਇਹ ਨਹੀਂ ਕੀਤਾ ਕਿ ਉਹਨੇ ਵੋਟਾਂ ਨਹੀਂ ਮੰਗੀਆਂ ਜਾਂ ਕੁਝ ਹੋਰ ਨਹੀਂ ਕੀਤਾ। ਤਾਂ ਜੋ ਮੂਲ ਰਚਨਾ ਦਾ ਮੂਲ ਭਾਵ ਸੀ, ਮੂਲ ਅਰਥ ਸੀ, ਉਹ ਹੂਬਹੂ ਰਹੇ ਸੰਖੇਪ ਕਰਦੇ ਹੋਏ। ਤਾਂ ਇਹ ਸੀ ਪੂਰੇ 5 ਜੋ ਨਿਯਮ, ਗੁਰ ਜਾਂ ਨੁਕਤੇ ਜਿਹੜੇ ਤੁਸੀਂ ਸੰਖੇਪ ਰਚਨਾ ਨੂੰ ਕਰਦੇ ਹੋਏ ਧਿਆਨ ਦੇ ਵਿੱਚ ਰੱਖਣੇ ਨੇ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕਰਨੀ ਹੈ। ਢੁਕਵੇਂ, ਮੁਹਾਵਰੇ ਜਾਂ ਅਖਾਣਾਂ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਿਨਾਂ ਜੋ ਸਜਾਵਟੀ ਸ਼ਬਦ ਭਾਵ ਜਿਵੇਂ ਅਲੰਕਾਰ ਵਗੈਰਾ ਵਰਤੇ ਹੁੰਦੇ ਆ ਉਹਨਾਂ ਨੂੰ ਛੱਡ ਦੇਣਾ ਹੈ ਤੁਸੀਂ ਸੰਖੇਪ ਕਰਦੇ ਹੋਏ। ਚੌਥਾ, ਕਿਸੇ ਦੀ ਆਖੀ ਹੋਈ ਗੱਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਸੰਖੇਪ ਕਰਕੇ ਲਿਖੋਗੇ। ਪੰਜਵਾਂ ਤੇ ਆਖਰੀ ਕੀ ਹੈ? ਵਾਧੂ ਦੁਹਰਾ ਨੂੰ ਛੱਡ ਦੇਣਾ ਹੈ। ਸਿਰਫ ਮੂਲ ਨੁਕਤਾ ਜੋ ਹੈ, ਮੂਲ ਗੱਲ ਹੈ, ਮੂਲ ਕੇਂਦਰੀ ਭਾਵ ਹੈ, ਉਸ ਨੂੰ ਪਕੜ ਕੇ ਤੁਸੀਂ ਆਪਣੀ ਸੰਖੇਪ ਰਚਨਾ ਕਰ ਸਕਦੇ ਹੋ।
ਹੁਣ ਗੱਲ ਆਉਂਦੀ ਹੈ ਕਿ ਸੰਖੇਪ ਰਚਨਾ ਕਰਨ ਦੇ ਲਈ ਆਪਾਂ ਮਾਹਿਰ ਕਿਵੇਂ ਬਣ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਆਪਾਂ ਸੰਖੇਪ ਰਚਨਾ ਦੇ ਵਿੱਚ ਮਾਹਿਰ ਹੋ ਸਕਦੇ ਹਾਂ। ਤਾਂ ਉਹ ਤਰੀਕਾ ਹੈ, ਸਭ ਤੋਂ ਪਹਿਲਾਂ ਲਗਾਤਾਰ ਅਭਿਆਸ ਕਰਨਾ। ਸਭ ਤੋਂ ਪਹਿਲਾਂ ਹੈ ਲਗਾਤਾਰ ਅਭਿਆਸ ਕਰਨਾ। ਤੁਸੀਂ ਬੱਚਿਓ ਹੁਣ ਤੱਕ ਪੜ੍ਹਦੇ ਆਏ ਹੋ, ਸੁਣਦੇ ਆਏ ਹੋ ਕਿ ਅਭਿਆਸ ਹੀ ਵਿਅਕਤੀ ਨੂੰ ਪਰਿਪੱਕ ਬਣਾਉਂਦਾ ਹੈ। ਤਾਂ ਜਦੋਂ ਵੀ ਤੁਸੀਂ ਸੰਖੇਪ ਰਚਨਾ ਨੂੰ ਕਰੋਗੇ, ਬਾਰ-ਬਾਰ ਉਸਦਾ ਅਭਿਆਸ ਕਰੋਗੇ, ਬਾਰ-ਬਾਰ ਲਿਖੋਗੇ, ਬਾਰ-ਬਾਰ ਮਿਟਿਓਗੇ, ਉਸ ਤੋਂ ਬਾਅਦ ਹੀ ਤੁਸੀਂ ਸੰਖੇਪ ਰਚਨਾ ਦੇ ਵਿੱਚ ਮਾਹਿਰ ਹੋ ਸਕਦੇ ਹੋ। ਇਸ ਦੇ ਨਾਲ ਤੁਹਾਡੀ ਪੰਜਾਬੀ ਭਾਸ਼ਾ ਦੇ ਵਿੱਚ ਪਕੜ ਵੀ ਵਧੇਗੀ, ਪੰਜਾਬੀ ਭਾਸ਼ਾ ਦੀ ਸ਼ਬਦ ਭੰਡਾਰ ਦੇ ਵਿੱਚ ਵੀ ਤੁਹਾਡਾ ਵਾਧਾ ਹੋਊਗਾ। ਇਸ ਤੋਂ ਇਲਾਵਾ ਤੁਹਾਡੀ ਸਿਆਣਪ ਸੂਝ-ਬੂਝ ਵੀ ਵਧੇਗੀ। ਕਿਉਂਕਿ ਸੰਖੇਪ ਰਚਨਾ ਇੱਕ ਅਜਿਹਾ ਗੁਣ ਹੈ, ਹੁਨਰ ਹੈ, ਜਿਸ ਦੇ ਨਾਲ ਤੁਸੀਂ ਬਹੁਤ ਵੱਡੀ ਘਟਨਾ ਨੂੰ ਸੰਖੇਪ ਕਰਕੇ ਦੱਸ ਸਕਦੇ ਹੋ, ਜਿਸ ਦੇ ਨਾਲ ਦੂਜਿਆਂ ਦੇ ਸਮੇਂ ਦੀ ਵੀ ਬੱਚਤ ਹੁੰਦੀ ਹੈ ਅਤੇ ਆਪਣੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਪਹਿਲਾਂ ਕੀ ਕਰਨਾ ਹੈ ਕਿ ਆਪਾਂ ਲਗਾਤਾਰ ਅਭਿਆਸ ਕਰਨਾ ਹੈ। ਦੂਜੇ ਕਿਸ ਤਰੀਕੇ ਦੇ ਨਾਲ ਸੰਖੇਪ ਰਚਨਾ ਆਪਾਂ ਆਪਣੇ ਸੰਖੇਪ ਰਚਨਾ ਨੂੰ ਪਰਿਪੱਕ ਬਣਾ ਸਕਦੇ ਹਾਂ। ਸੰਖੇਪ ਕੀਤੇ ਜਾਣ ਵਾਲੀ ਰਚਨਾ ਨੂੰ ਪਹਿਲਾਂ ਇਕਾਗਰਤਾ ਅਤੇ ਠਰ੍ਹੰਮੇ ਨਾਲ ਪੜ੍ਹਨਾ, ਭਾਵ ਜੋ ਰਚਨਾ ਤੁਹਾਡੇ ਸਾਹਮਣੇ ਦਿੱਤੀ ਹੋਏਗੀ, ਜੋ ਪੈਰਾ ਤੁਹਾਨੂੰ ਸੰਖੇਪ ਕਰਨ ਲਈ ਦਿੱਤਾ ਹੋਊਗਾ, ਉਸ ਨੂੰ ਪੂਰੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ, ਪੂਰੇ ਠਰ੍ਹੰਮੇ ਦੇ ਨਾਲ ਉਸ ਨੂੰ ਵਾਰ-ਵਾਰ ਪੜ੍ਹਨਾ ਹੈ। ਜੇਕਰ ਇੱਕ ਵਾਰ ਪੜ੍ਹਨ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਤਾਂ ਉਸ ਨੂੰ ਵਾਰ-ਵਾਰ ਵੀ ਪੜ੍ਹਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਤੀਜਾ ਕੀ ਹੈ, ਜਦੋਂ ਤੁਸੀਂ ਉਸ ਰਚਨਾ ਨੂੰ ਪੜ੍ਹ ਲਿਆ ਵਾਰ-ਵਾਰ ਅਤੇ ਤੁਹਾਡੇ ਉਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਦਿਮਾਗ ਦੇ ਵਿੱਚ ਮੇਨ ਪੁਆਇੰਟ ਆਉਣੇ ਸ਼ੁਰੂ ਹੋ ਗਏ, ਤਾਂ ਉਹਨਾਂ ਮੋਟੇ-ਮੋਟੇ ਨੁਕਤਿਆਂ ਨੂੰ, ਮੇਨ ਪੁਆਇੰਟਸ ਨੂੰ ਅਲੱਗ ਰਫ ਵਰਕ ਦੀ ਜਗ੍ਹਾ 'ਤੇ ਉਹਨਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿਓ। ਜਦੋਂ ਤੁਸੀਂ ਉਹ ਸਾਰੇ ਮੇਨ ਪੁਆਇੰਟ, ਮੋਟੇ-ਮੋਟੇ ਨੁਕਤੇ ਜੋ ਤੁਸੀਂ ਨੋਟ ਕਰ ਲਏ, ਉਹਨਾਂ ਨੂੰ ਤਰਤੀਬ ਅਨੁਸਾਰ ਲਗਾਓ ਤਾਂ ਕਿ ਤੁਹਾਡੀ ਜੋ ਸੰਖੇਪ ਰਚਨਾ ਹੋਏਗੀ ਉਹ ਗੁੰਦ ਵੀ ਲੱਗੇ, ਉਹ ਅਲੱਗ-ਥਲੱਗ ਨਾ ਲੱਗੇ, ਕਿਸੇ ਦੇ ਅਰਥ ਪਹਿਲਾਂ ਨਾ ਹੋਣ, ਕਿਸੇ ਦੇ ਅਰਥ ਬਾਅਦ ਨਾ ਹੋਣ, ਕੋਈ ਗੱਲ ਪਹਿਲਾਂ ਨਾ ਕਹੀ ਜਾਵੇ, ਕੋਈ ਗੱਲ ਬਾਅਦ ਦੇ ਵਿੱਚ ਨਾ ਕਹੀ ਜਾਵੇ, ਭਾਵ ਉਹਨਾਂ ਦੀ ਤਰਤੀਬ ਲਗਾਉਣੀ ਹੈ ਰਚਨਾ ਦੇ ਅਨੁਸਾਰ। ਪੰਜਵਾਂ ਤੁਹਾਡਾ ਕੀ ਹੈ ਜੀ, ਸੰਖੇਪ ਰਚਨਾ ਦਾ ਸਿਰਲੇਖ ਲੱਭਣ ਲਈ ਰਚਨਾ ਨੂੰ ਪੜ੍ਹ ਕੇ ਕੇਂਦਰੀ ਨੁਕਤਾ ਲੱਭਣਾ। ਤੁਸੀਂ ਜਾਣਦੇ ਹੀ ਹੋ ਕਿ ਪ੍ਰੀਖਿਆ ਦੇ ਵਿੱਚ ਤੁਹਾਨੂੰ ਸੰਖੇਪ ਰਚਨਾ ਦਾ ਸਿਰਲੇਖ ਵੀ ਲਿਖਣਾ ਹੁੰਦਾ ਹੈ, ਜੋ ਕਿ 1 ਨੰਬਰ ਦਾ ਹੁੰਦਾ ਹੈ। ਤਾਂ ਉਹ ਸੰਖੇਪ ਰਚਨਾ ਦਾ ਸਿਰਲੇਖ ਲੱਭਣ 'ਤੇ ਤੁਸੀਂ ਕੀ ਕਰਨਾ ਹੈ, ਪੂਰੀ ਰਚਨਾ ਪੜ੍ਹਨੀ ਹੈ, ਉਸ ਨੂੰ ਪੜ੍ਹ ਕੇ ਪੂਰੇ ਰਚਨਾ ਦੇ ਕੇਂਦਰੀ ਨੁਕਤੇ ਨੂੰ ਲੱਭਣਾ ਹੈ। ਕੇਂਦਰੀ ਨੁਕਤਾ ਕੀ ਹੈ, ਜਿਸ ਦੇ ਉੱਪਰ ਸਾਰੀ ਰਚਨਾ ਨਿਰਭਰ ਹੁੰਦੀ ਹੈ, ਭਾਵ ਇੱਕ ਕੇਂਦਰੀ ਨੁਕਤਾ ਹੋਊਗਾ, ਉਸ ਕੇਂਦਰੀ ਨੁਕਤੇ ਦੇ ਆਧਾਰਿਤ ਹੀ ਬਾਕੀ ਸਾਰੀ ਰਚਨਾ ਨਿਰਭਰ ਹੋਊਗੀ। ਤਾਂ ਸੰਖੇਪ ਰਚਨਾ ਦਾ ਅੰਤਿਮ ਰੂਪ ਲਿਖਣ ਤੋਂ ਪਹਿਲਾਂ ਇਸ ਦਾ ਕੱਚਾ ਰੂਪ ਤਿਆਰ ਕਰਨਾ। ਬਾਰ-ਬਾਰ ਅਭਿਆਸ ਕਰਨ ਤੋਂ ਭਾਵ ਇਹੀ ਹੈ ਕਿ ਤੁਸੀਂ ਸੰਖੇਪ ਰਚਨਾ ਨੂੰ ਜਦੋਂ ਤੋਂ ਅੰਤਿਮ ਰੂਪ ਦੇਣਾ ਹੈ, ਉਸ ਤੋਂ ਪਹਿਲਾਂ ਤੁਸੀਂ ਕੱਚਾ ਰੂਪ ਕਿਸੇ ਅਲੱਗ ਪੇਜ 'ਤੇ ਜਾਂ ਅਲੱਗ ਸਾਈਡ ਦੇ ਉੱਪਰ ਲਿਖੋਗੇ। ਪੂਰੀ ਤਸੱਲੀ ਹੋਣ ਤੋਂ ਬਾਅਦ ਹੀ, ਭਾਵ ਜਦੋਂ ਤੁਸੀਂ ਮੂਲ ਰਚਨਾ ਨੂੰ, ਉਸਦੇ ਸ਼ਬਦਾਂ ਨੂੰ ਅਤੇ ਉਸਦੇ ਭਾਵ ਨੂੰ ਪੂਰੀ ਤਰ੍ਹਾਂ ਪਰਖ ਲਿਆ, ਪੜ੍ਹ ਲਿਆ, ਅਤੇ ਤੁਹਾਡੀ ਜੋ ਤੁਸੀਂ ਸੰਖੇਪ ਰਚਨਾ ਕੀਤੀ ਹੈ ਉਸ ਦੀ ਪੂਰੀ ਤਸੱਲੀ ਹੋ ਗਈ ਕਿ ਇਹ ਪੂਰੇ ਨਿਯਮਾਂ ਦੇ ਅਨੁਸਾਰ ਹੀ ਸੰਖੇਪ ਰਚਨਾ ਕੀਤੀ ਗਈ ਹੈ। ਮੂਲ ਰਚਨਾ ਦੇ ਭਾਵ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਕੋਈ ਹਾਨੀ ਨਹੀਂ ਪਹੁੰਚਾਈ ਗਈ, ਕੋਈ ਛੇੜਛਾੜ ਨਹੀਂ ਕੀਤੀ ਗਈ, ਆਪਣੇ ਅਨੁਸਾਰ ਕੋਈ ਨਵੇਂ ਵਾਕ ਉਹਦੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ। ਨਵੇਂ ਵਾਕ ਸ਼ਾਮਿਲ ਕਰਨ ਤੋਂ ਭਾਵ ਹੈ ਨਵੇਂ ਅਰਥ ਪੈਦਾ ਕਰਦੇ ਵਾਕ ਸ਼ਾਮਿਲ ਨਹੀਂ ਕੀਤੇ ਗਏ। ਤਦ ਹੀ ਪੂਰੀ ਤਸੱਲੀ ਹੋਣ ਤੋਂ ਬਾਅਦ ਹੀ ਤੁਸੀਂ ਆਪਣੀ ਸੰਖੇਪ ਰਚਨਾ ਨੂੰ ਅੰਤਿਮ ਰੂਪ ਦੇਣਾ ਹੈ, ਅੰਤਿਮ ਰੂਪ ਦੇ ਵਿੱਚ ਸਾਫ਼-ਸਾਫ਼ ਲਿਖਣਾ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਸੰਖੇਪ ਰਚਨਾ ਕਰਨ ਦੇ ਵਿੱਚ ਮਾਹਿਰ ਹੋ ਸਕਦੇ ਹੋ। ਤਾਂ ਇਹ ਸੀ ਸਾਰੇ ਸੰਖੇਪ ਰਚਨਾ ਕਰਨ ਦੀ ਜਾਂਚ ਆਉਣ ਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ, ਲਗਾਤਾਰ ਅਭਿਆਸ ਕਰਨਾ ਹੈ ਅਤੇ ਰਚਨਾ ਨੂੰ ਪਹਿਲਾਂ ਪੂਰੇ ਠਰ੍ਹੰਮੇ ਦੇ ਨਾਲ ਪੜ੍ਹਨਾ ਹੈ, ਬਾਰ-ਬਾਰ ਪੜ੍ਹਨਾ ਹੈ ਅਤੇ ਮੋਟੇ-ਮੋਟੇ ਪੁਆਇੰਟ ਹੈ ਜਿਹੜੇ ਉਹ ਨੋਟ ਕਰਨੇ ਹੈ। ਫਿਰ ਉਹਨਾਂ ਪੁਆਇੰਟਸ ਨੂੰ ਤਰਤੀਬ ਦੇ ਵਿੱਚ ਲਿਖਣਾ ਹੈ ਅਤੇ ਫਿਰ ਸੰਖੇਪ ਰਚਨਾ ਦਾ ਸਿਰਲੇਖ ਲੱਭਣ ਵਾਸਤੇ ਕੇਂਦਰੀ ਨੁਕਤਾ ਪਕੜਨਾ ਹੈ ਅਤੇ ਅੰਤਿਮ ਰੂਪ ਲਿਖਣ ਤੋਂ ਪਹਿਲਾਂ ਉਸਦਾ ਕੱਚਾ ਰੂਪ ਤਿਆਰ ਕਰਨਾ ਹੈ। ਜਦੋਂ ਤੱਕ ਪੂਰੀ ਤਸੱਲੀ ਨਹੀਂ ਹੋ ਜਾਂਦੀ, ਉਦੋਂ ਤੱਕ ਆਪਾਂ ਉਸਦਾ ਅਭਿਆਸ ਹੈ ਜਿਹੜਾ ਉਹ ਕਰਦੇ ਰਹਿਣਾ ਹੈ। ਤਾਂ ਪਿਆਰੇ ਬੱਚਿਓ, ਇਹ ਸੀ ਤੁਹਾਡੀ ਸੰਖੇਪ ਰਚਨਾ ਕੀ ਹੈ,
ਉਸ ਦੇ ਲਈ ਕਿਹੜੇ-ਕਿਹੜੇ ਗੱਲਾਂ ਧਿਆਨ ਵਿੱਚ ਰੱਖੀਆਂ ਜਾਣੀਆਂ ਚਾਹੀਦੀਆਂ ਨੇ, ਕਿਵੇਂ ਆਪਾਂ ਸੰਖੇਪ ਰਚਨਾ ਕਰ ਸਕਦੇ ਹਾਂ ਅਤੇ ਸੰਖੇਪ ਰਚਨਾ ਕਰਨ ਦੇ ਵਿੱਚ ਮਾਹਿਰ ਕਿਸ ਤਰੀਕੇ ਨਾਲ ਹੋ ਸਕਦੇ ਹਾਂ। ਉਮੀਦ ਹੈ ਕਿ ਤੁਸੀਂ ਇਸ ਵੀਡੀਓ ਤੋਂ ਬਾਅਦ ਸੰਖੇਪ ਰਚਨਾ ਕਰ ਸਕਦੇ ਹੋ। ਜੇਕਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ।